BTV ब्रॉडकास्टिंग देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਅਲਬਰਟਾ ਵਿੱਚ ਵਧਿਆ ਸਾਹ ਸੰਬੰਧੀ ਬਿਮਾਰੀਆਂ ਦਾ ਖਤਰਾ। ਓਨਟਾਰੀਓ ਵਿੱਚ ਬਾਰਡਰ ਤੇ ਸੁਰੱਖਿਆ ਹੋਈ ਹੋਰ ਕਠੋਰ। ਕੌਣ ਹੋ ਸਕਦਾ ਹੈ ਲਿਬਰਲ ਪਾਰਟੀ ਦਾ ਨਵਾਂ ਲੀਡਰ। ਅਲਬਰਟਾ ਵਿੱਚ BC ਵਾਈਨਰੀਜ਼ ਨੂੰ ਸਿੱਧਾ ਵਾਈਨ ਵੇਚਣ ਦੀ ਮਿਲੀ ਇਜਾਜ਼ਤ। ਤੇ ਹੁਣ ਖਬਰਾਂ ਵਿਸਥਾਰ ਵਿੱਚ। ਅਲਬਰਟਾ ਵਿੱਚ ਨਵਾਂ ਸਾਲ ਬਹੁਤ ਸਾਰੇ ਲੋਕਾਂ ਲਈ ਬਿਮਾਰੀਆਂ ਨਾਲ ਸ਼ੁਰੂ ਹੋਇਆ ਹੈ, ਜਿੱਥੇ ਛੁੱਟੀਆਂ ਦੌਰਾਨ ਸਾਹ ਸੰਬੰਧੀ ਇਨਫੈਕਸ਼ਨਾਂ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲਿਆ। ਸਰਕਾਰੀ ਡਾਟਾ ਦੇ ਅਨੁਸਾਰ ਅਲਬਰਟਾ ਵਿੱਚ ਛੁੱਟੀਆਂ ਦੌਰਾਨ ਸਾਹ ਸੰਬੰਧੀ ਇਨਫੈਕਸ਼ਨਾਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲਿਆ ਹੈ। ਪ੍ਰੋਵਿੰਸ ਤੇ ਰੈਸਪੀਰੇਟਰੀ ਵਾਇਰਸ ਡੈਸ਼ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਲਬਰਟਾ ਵਿੱਚ ਫਲੂ ਅਤੇ RSV ਨਾਲ ਹਸਪਤਾਲ ਵਿੱਚ ਭਰਤੀ ਲੋਕਾਂ ਦੀ ਗਿਣਤੀ 2 ਹਫ਼ਤਿਆਂ ਵਿੱਚ ਦੁੱਗਣੀ ਹੋ ਗਈ। ਇਸ ਬਿਮਾਰੀ ਕਾਰਨ ਹਸਪਤਾਲ ਵਿੱਚ 214 ਲੋਕ ਭਰਤੀ ਹੋਏ ਹਨ, ਜਿਨ੍ਹਾਂ ਵਿੱਚੋਂ 13 ਦੀ ਮੌਤ ਹੋ ਗਈ। ਫਲੂ ਨਾਲ ਹਸਪਤਾਲ ਵਿੱਚ ਭਰਤੀ ਹੋਏ ਲੋਕਾਂ ਦੀ ਗਿਣਤੀ 197 ਹੋ ਗਈ ਅਤੇ 9 ਮੌਤਾਂ ਹੋਈਆਂ। ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 224 ਹੈ ਅਤੇ ਇਸ ਸੀਜ਼ਨ ਵਿੱਚ 278 ਮੌਤਾਂ ਹੋ ਚੁੱਕੀਆਂ ਹਨ। ਹੈਦਰਸ ਫਾਰਮੇਸੀ ਦੇ ਫਾਰਮਾਸਿਸਟ ਹੈਬਾ ਐਲਬਿਊਮੀ ਨੇ ਕਿਹਾ, ਪਿਛਲੇ ਹਫ਼ਤੇ ਦੇ ਦੌਰਾਨ ਉਹਨਾਂ ਦੀ ਫਾਰਮੇਸੀ ਵਿੱਚ ਕੋਲਡ ਅਤੇ ਫਲੂ ਦੀਆਂ ਦਵਾਈਆਂ ਲੈਣ ਵਾਲੇ ਬਹੁਤ ਸਾਰੇ ਮਰੀਜ਼ ਆਏ। ਉਹਨਾਂ ਅਨੁਸਾਰ ਇਸ ਦੌਰਾਨ ਸਟ੍ਰੈਪ ਗਲੇ ਦੀਆਂ ਬਿਮਾਰੀਆਂ ਵੀ ਜ਼ਿਆਦਾ ਦੇਖਣ ਨੂੰ ਮਿਲੀਆਂ। ਐਲਬਿਊਮੀ ਨੇ ਕਿਹਾ ਕਿ ਜੋ ਲੋਕ ਇਨਫੈਕਸ਼ਨਾਂ ਦੇ ਤੇਜ਼ ਪ੍ਰਭਾਵ ਤੋਂ ਬਚਣਾ ਚਾਹੁੰਦੇ ਹਨ, ਉਹਨਾਂ ਨੂੰ ਆਪਣੀ ਸੁਰੱਖਿਆ ਲਈ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਮਾਸਕ ਪਹਿਨਣਾ, ਟੀਕਾਕਰਨ ਕਰਵਾਉਣਾ ਅਤੇ ਜਦੋਂ ਬਿਮਾਰ ਹੋਵੋ ਤਾਂ ਘਰ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ, ਜੇ ਤੁਸੀਂ ਪਤਾ ਨਹੀਂ ਕਰ ਪਾ ਰਹੇ ਹੋ ਕਿ ਤੁਹਾਨੂੰ ਕਿਹੜੀ ਬਿਮਾਰੀ ਹੋਈ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਸਕਦੇ ਹੋ ਜਾਂ 811 ਤੇ ਕਾਲ ਕਰ ਸਕਦੇ ਹੋ। ਬਹੁਤ ਸਾਰੀਆਂ ਫਾਰਮੇਸੀਆਂ ਜਿਵੇਂ ਕਿ ਹੈਦਰਸ ਫਾਰਮੇਸੀ ਕੋਵਿਡ, RSV ਅਤੇ ਸਟ੍ਰੈਪ ਗਲੇ ਲਈ ਰੈਪਿਡ ਐਂਟੀਜਨ ਟੈਸਟ ਪ੍ਰਦਾਨ ਕਰਦੀਆਂ ਹਨ, ਜਿਸ ਦੀ ਕ੍ਰਮ ਪ੍ਰਕਿਰਿਆ ਸਿਰਫ ਕੁਝ ਮਿੰਟਾਂ ਵਿੱਚ ਹੀ ਹੋ ਜਾਂਦੀ ਹੈ ਅਤੇ ਇਸ ਦੇ ਫਾਰਮੇਸੀ ਟੈਸਟ ਦੀ ਕੀਮਤ ਲਗਭਗ $20 ਹੀ ਹੈ ਅਤੇ ਨਤੀਜੇ ਉਸੇ ਵਕਤ ਮਿਲ ਜਾਂਦੇ ਹਨ। ਓਨਟਾਰੀਓ ਨੇ ਸੰਯੁਕਤ ਰਾਜਾਂ ਨਾਲ ਆਪਣੀ ਸਰਹੱਦ ਦੀ ਸੁਰੱਖਿਆ ਵਧਾਉਣ ਲਈ ਇੱਕ ਨਵੀਂ ਕਾਰਵਾਈ ਸ਼ੁਰੂ ਕੀਤੀ ਹੈ, ਜੋ ਕਿ ਅਮਰੀਕੀ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦੀ ਟੈਰਿਫ ਧਮਕੀ ਦੇ ਸੰਦਰਭ ਵਿੱਚ ਕੀਤੀ ਗਈ ਹੈ। ਪ੍ਰਧਾਨ ਮੰਤਰੀ ਡਗ ਫੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਕਾਰਵਾਈ ਦਾ ਨਾਮ ਆਪਰੇਸ਼ਨ ਡੈਟਰੈਂਸ ਰੱਖਿਆ ਗਿਆ ਹੈ, ਜਿਸ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP ਦੇ ਲਗਭਗ 200 ਅਧਿਕਾਰੀ ਸਰਹੱਦ ਸੁਰੱਖਿਆ ਵਧਾਉਣ ਲਈ ਕੰਮ ਕਰਨਗੇ। ਫੋਰਡ ਨੇ ਕਿਹਾ ਕਿ ਇਹ ਕਾਰਵਾਈ ਇਲੀਗਲ ਜਾਂ ਗਲਤ ਸਰਹੱਦ ਪਾਰ ਕਰਨ ਵਾਲੇ ਅਤੇ ਇਲੀਗਲ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਤੇ ਧਿਆਨ ਦੇਣ ਲਈ ਬਣਾਈ ਗਈ ਹੈ। ਆਪਰੇਸ਼ਨ ਡੈਟਰੈਂਸ ਸਿਰਫ 14 ਅਧਿਕਾਰਿਤ ਸਰਹੱਦ ਪਾਰ ਕ੍ਰਾਸਿੰਗ ਤੱਕ ਸੀਮਿਤ ਨਹੀਂ ਰਹੇਗਾ। ਇਸ ਦਾ ਮੁੱਖ ਉਦੇਸ਼ ਗਲਤ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਰੋਕਣਾ ਅਤੇ ਡਰੱਗਸ ਨੂੰ ਰੋਕਣਾ ਹੈ। ਪ੍ਰੋਵਿੰਸ਼ੀਅਲ ਸਰਕਾਰ ਨੇ ਕਿਹਾ ਕਿ ਇਸ ਕਾਰਵਾਈ ਨੂੰ RCMP ਨਾਲ ਮਿਲ ਕੇ ਅੱਗੇ ਵਧਾਇਆ ਜਾਵੇਗਾ ਤੇ ਇਸ ਨੂੰ ਕਾਨੂੰਨੀ ਕਮਿਊਨਿਟੀ, ਖਾਸ ਕਰਕੇ ਡਿਟੈਕਸ਼ਨ ਡੌਗਸ, ਵਪਾਰਕ ਮੋਟਰ ਵਾਹਨਾਂ ਦੀ ਜਾਂਚ ਅਤੇ ਅਪਰਾਧੀ ਤਸਕਰੀ ਜਾਂਚ ਦਲਾਂ ਦੀ ਵਰਤੋਂ ਲਈ ਵਰਤਿਆ ਜਾਵੇਗਾ। ਫੈਡਰਲ ਸਰਕਾਰ ਨੇ ਟਰੰਪ ਦੀ ਟੈਰਿਫ ਧਮਕੀ ਦੇ ਜਵਾਬ ਵਿੱਚ ਸਰਹੱਦ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ $1.3 ਬਿਲੀਅਨ ਦਾ ਪੈਕੇਜ ਐਲਾਨ ਕੀਤਾ ਸੀ, ਪਰ ਉਹਨਾਂ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਟੈਰਿਫ ਲਗਾਏ ਜਾਣਗੇ ਜਾਂ ਨਹੀਂ। ਓਨਟਾਰੀਓ ਦੇ ਨਵੇਂ ਸਰਹੱਦੀ ਉਪਕਰਨ ਲਈ ਫੈਡਰਲ ਸਰਕਾਰ ਤੋਂ ਕੋਈ ਨਵਾਂ ਫੰਡ ਨਹੀਂ ਮਿਲਿਆ ਹੈ। ਅਲਬਰਟਾ ਨੇ ਪਿਛਲੇ ਮਹੀਨੇ ਕੈਨੇਡਾ ਅਮਰੀਕਾ ਸਰਹੱਦ ਤੇ ਇੱਕ ਨਵੀਂ ਸ਼ੈਰਿਫ ਯੂਨਿਟ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਵਿੱਚ ਲਗਭਗ 50 ਸ਼ੈਰਿਫ, 10 ਕੋਲਡ ਵੈਦਰ ਡਰੋਨ ਅਤੇ 4 ਨਸ਼ਾ ਪਛਾਣਨ ਵਾਲੇ ਡਿਟੈਕਸ਼ਨ ਡੌਗ ਸ਼ਾਮਿਲ ਸਨ। ਮੈਨੀਟੋਬਾ ਨੇ ਵੀ ਸਰਹੱਦ ਉੱਤੇ ਸੁਰੱਖਿਆ ਵਧਾਉਣ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 6 ਜਨਵਰੀ ਨੂੰ ਲਿਬਰਲ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਉਹ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਆਪਣੇ ਅਹੁਦੇ ਤੇ ਪ੍ਰਧਾਨ ਮੰਤਰੀ ਦੇ ਤੌਰ ਤੇ ਹੀ ਕੰਮ ਕਰਦੇ ਰਹਿਣਗੇ। ਜਿਵੇਂ ਹੀ ਟਰੂਡੋ ਨੇ ਅਸਤੀਫਾ ਦਿੱਤਾ, ਲਿਬਰਲ ਪਾਰਟੀ ਵਿੱਚ ਨਵੇਂ ਪ੍ਰਧਾਨ ਦੀ ਚੋਣ ਲਈ ਮੁਕਾਬਲਾ ਸ਼ੁਰੂ ਹੋ ਗਿਆ ਹੈ। ਨਵੇਂ ਅੰਕੜੇ ਆਏ ਹਨ ਜੋ ਦਰਸਾਉਂਦੇ ਹਨ ਕਿ ਕਈ ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਲਿਬਰਲ ਪਾਰਟੀ ਦਾ ਨੇਤਾ ਬਣਨ ਦੇ ਲਈ ਦਾਅਵਾ ਕਰ ਰਹੀਆਂ ਹਨ। ਇਹਨਾਂ ਵਿੱਚੋਂ ਕ੍ਰਿਸਟੀਆ ਫਰੀਲੈਂਡ, ਜੋ ਕਿ ਟਰੂਡੋ ਦੀ ਸਾਬਕਾ ਡਿਪਟੀ ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮੰਤਰੀ ਵੀ ਰਹੀ ਹੈ, ਇਸ ਵੇਲੇ ਲਿਬਰਲ ਪਾਰਟੀ ਦੀ ਪ੍ਰਧਾਨਤਾ ਲਈ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਹੈ।
ਫਰੀਡਲੈਂਡ ਨੇ ਆਪਣੇ ਹਾਲ ਹੀ ਦੇ ਬਿਆਨ ਵਿੱਚ ਕਿਹਾ ਕਿ ਉਹਨਾਂ ਨੇ ਅਜੇ ਤੱਕ ਅਗਲੀਆਂ ਚੋਣਾਂ ਵਿੱਚ ਖੜਨ ਬਾਰੇ ਕੋਈ ਪੱਕਾ ਫੈਸਲਾ ਨਹੀਂ ਲਿਆ। ਇਸ ਸਮੇਂ ਉਹ ਟਰੂਡੋ ਦੀ ਜਗ੍ਹਾ ਲਈ 19% ਸਮਰਥਨ ਨਾਲ ਦੂਜੇ ਸਥਾਨ ਤੇ ਹੈ। ਮਾਰਕ ਕਾਰਨੀ ਜੋ ਕਿ ਕੈਨੇਡਾ ਦੇ ਸਾਬਕਾ ਤੇ ਇੰਗਲੈਂਡ ਦੇ ਬੈਂਕ ਗਵਰਨਰ ਵੀ ਰਹੇ ਹਨ ਨੇ ਕਈ ਸਾਲਾਂ ਤੋਂ ਆਪਣੀ ਰਾਜਨੀਤਿਕ ਭਵਿੱਖਬਾਣੀ ਬਾਰੇ ਗੱਲ ਕੀਤੀ ਹੈ। ਕਈ ਜਨਤਕ ਆਲੋਚਕਾਂ ਦਾ ਇਹ ਮੰਨਣਾ ਹੈ ਕਿ ਉਹ ਇਸ ਦੌੜ ਵਿੱਚ ਸ਼ਾਮਿਲ ਹੋ ਸਕਦੇ ਹਨ। ਹਾਲਾਂਕਿ ਰਿਪੋਰਟਾਂ ਵਿੱਚ ਉਸ ਦਾ ਸਮਰਥਨ 14% ਤੱਕ ਘਟ ਗਿਆ ਹੈ ਜੋ ਪਹਿਲਾਂ 18% ਸੀ। ਡੋਮਿਨਿਕ ਲੈਬਲਾਂਕ ਜੋ ਟਰੂਡੋ ਦੇ ਬਹੁਤ ਪੁਰਾਣੇ ਦੋਸਤ ਅਤੇ ਸਥਿਰ ਸਾਥੀ ਹਨ ਵੀ ਇਸ ਦੌੜ ਵਿੱਚ ਸ਼ਾਮਿਲ ਹੋ ਸਕਦੇ ਹਨ। ਲੈਬਲਾਂਕ ਨੇ ਕਈ ਮੰਤਰੀ ਅਹੁਦੇ ਸੰਭਾਲੇ ਹਨ ਅਤੇ ਉਹ ਇਸ ਸਮੇਂ ਫਾਈਨੈਂਸ ਮੰਤਰੀ ਦਾ ਅਹੁਦਾ ਵੀ ਸੰਭਾਲ ਰਹੇ ਹਨ। ਮੈਲਨੀ ਜੋਲੀ ਜੋ ਵਿਦੇਸ਼ ਮਾਮਲਿਆਂ ਦੀ ਮੰਤਰੀ ਹੈ ਇਸ ਸਮੇਂ ਪ੍ਰਧਾਨ ਮੰਤਰੀ ਦੇ ਚੁਣਾਵਾਂ ਵਿੱਚ ਦਾਅਵਾ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਉਹ ਟਰੂਡੋ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ। ਜੋਲੀ ਨੂੰ ਇਸ ਸਮੇਂ ਪ੍ਰਧਾਨ ਮੰਤਰੀ ਬਣਨ ਲਈ 4% ਸਮਰਥਨ ਮਿਲਿਆ ਹੈ। ਜੋਨਾਥਨ ਵਿਲਕਿਨਸਨ ਜੋ ਕੈਨੇਡਾ ਦੀ ਊਰਜਾ ਦੇ ਕੁਦਰਤੀ ਸਰੋਤ ਮੰਤਰੀ ਹਨ ਵੀ ਆਪਣੀ ਦਾਅਵੇਦਾਰੀ ਵਿੱਚ ਸੀਰੀਅਸਨੈਸ ਨਾਲ ਸ਼ਾਮਿਲ ਹੋ ਸਕਦੇ ਹਨ। ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਸਿੱਧਾ ਕਹਿ ਦਿੱਤਾ ਹੈ ਕਿ ਉਹ ਲਿਬਰਲ ਪਾਰਟੀ ਦੀ ਭਵਿੱਖ ਲਈ ਗੱਲ ਕਰਨ ਦੇ ਲਈ ਤਿਆਰ ਹਨ। ਉਹ ਆਪਣੇ ਕਾਲਜ ਵਿੱਚ ਕਈ ਰਾਜਨੀਤਿਕ ਖਿਆਲ ਪੇਸ਼ ਕਰ ਰਹੇ ਹਨ ਅਤੇ ਕਈਆਂ ਨੂੰ ਉਮੀਦ ਹੈ ਕਿ ਉਹ ਲਿਬਰਲ ਦੇ ਪ੍ਰਧਾਨ ਬਣਨ ਦੇ ਇਰਾਦੇ ਨਾਲ ਚੱਲ ਰਹੇ ਹੋ ਸਕਦੇ ਹਨ। ਅਲਬਰਟਾ ਵਿੱਚ BC ਵਾਈਨਰੀਜ਼ ਨੂੰ ਸਿੱਧਾ ਵਾਈਨ ਵੇਚਣ ਦੀ ਮਿਲੀ ਇਜਾਜ਼ਤ। ਬ੍ਰਿਟਿਸ਼ ਕੋਲੰਬੀਆ ਦੀਆਂ ਵਾਈਨਰੀਜ਼ ਨੂੰ ਅਲਬਰਟਾ ਵਿੱਚ ਸਿੱਧਾ ਕੰਜ਼ਿਊਮਰਸ ਨੂੰ ਵਾਈਨ ਵੇਚਣ ਦੀ ਇਜਾਜ਼ਤ ਮੁੜ ਮਿਲ ਗਈ ਹੈ। ਇਸ ਸਮਝੌਤੇ ਨਾਲ ਅਲਬਰਟਾ ਦੇ ਲੋਕ ਹੁਣ 300 ਤੋਂ ਵੱਧ BC ਵਾਈਨਰੀਜ਼ ਤੋਂ ਵਾਈਨ ਆਨਲਾਈਨ ਮੰਗਵਾ ਸਕਦੇ ਹਨ ਜਿੱਥੇ ਅਲਬਰਟਾ ਸਰਕਾਰ ਨੂੰ ਉਚਿਤ ਟੈਕਸ ਵੀ ਮਿਲੇਗਾ। ਇਹ ਸਮਝੌਤਾ 1 ਸਾਲ ਲਈ ਲਾਗੂ ਰਹੇਗਾ ਤੇ ਇਸ ਦੀ ਪ੍ਰਭਾਵਸ਼ੀਲਤਾ ਨੂੰ ਬਾਅਦ ਵਿੱਚ ਮੁਲਾਂਕਣ ਕੀਤਾ ਜਾਵੇਗਾ। ਪਿਛਲੇ ਸਾਲ ਜਨਵਰੀ ਵਿੱਚ ਅਲਬਰਟਾ ਗੇਮਿੰਗ, ਲਿਕਵਰ ਅਤੇ ਕੈਨੇਬਿਸ ਨੇ ਐਲਾਨ ਕੀਤਾ ਸੀ ਕਿ ਉਹ BC ਦੀਆਂ ਵਾਈਨਾਂ ਨੂੰ ਆਪਣੇ ਸਟੋਰਾਂ ਵਿੱਚ ਸਟਾਕ ਨਹੀਂ ਕਰਨਗੇ ਜਿਵੇਂ ਉਹ ਸਿੱਧਾ ਕੰਜ਼ਿਊਮਰਸ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੇ ਨਾਲ ਉਹ ਅਲਬਰਟਾ ਦੇ ਕਾਨੂੰਨਾਂ ਦੀ ਉਲੰਘਣਾ ਕਰ ਰਹੇ ਸਨ ਅਤੇ ਅਲਬਰਟਾ ਦੇ ਆਮ ਰੈਵਨਿਊ ਫੰਡ ਨੂੰ ਨੁਕਸਾਨ ਪਹੁੰਚਾ ਰਹੇ ਸਨ। ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਮੰਤਰੀ ਡੇਵਿਡ ਐਬੀ ਨੇ ਕਿਹਾ ਕਿ ਇਹ ਨਵਾਂ ਪ੍ਰੋਗਰਾਮ ਡਾਇਰੈਕਟ ਟੂ ਕੰਜ਼ਿਊਮਰ ਪ੍ਰੋਗਰਾਮ ਵਾਈਨਰੀਜ਼ ਅਤੇ ਉਹਨਾਂ ਦੇ ਕਮਿਊਨਿਟੀਆਂ ਲਈ ਇੱਕ ਵਧੀਆ ਫੈਸਲਾ ਹੈ। ਉਹਨਾਂ ਨੇ ਕਿਹਾ ਅਲਬਰਟਾ ਨਾਲ ਮਿਲ ਕੇ ਕੰਮ ਕਰਕੇ ਅਸੀਂ ਆਰਥਿਕ ਵਾਧੇ ਨੂੰ ਸਮਰਥਨ ਦੇ ਰਹੇ ਹਾਂ ਅਤੇ ਆਪਣੇ ਪ੍ਰਾਂਤਾਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ। ਐਡਮਿੰਟਨ ਵਿੱਚ 2 ਵਪਾਰਾਂ ਨੇ ਆਪਣੇ ਸਥਾਨ ਬੰਦ ਕਰ ਦਿੱਤੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਡਾਊਨਟਾਊਨ ਵਿੱਚ ਘੱਟ ਹੋਈ ਟ੍ਰੈਫਿਕ ਇਸ ਫੈਸਲੇ ਦਾ ਮੁੱਖ ਕਾਰਨ ਹੈ। ਇਟਾਲੀਅਨ ਬੇਕਰੀ ਨੇ ਆਪਣੇ ਚਾਈਨਾ ਟਾਊਨ ਸਥਾਨ ਨੂੰ 1 ਸਾਲ ਬਾਅਦ ਬੰਦ ਕਰ ਦਿੱਤਾ ਹੈ ਜੋ ਕਿ ਅੱਗ ਲੱਗਣ ਤੋਂ ਬਾਅਦ ਮੁੜ ਖੋਲ੍ਹਿਆ ਗਿਆ ਸੀ। ਕੋ-ਓਨਰ ਰਸਾਲੀ ਡੇਵਿਸ ਨੇ ਕਿਹਾ ਕਿ ਇਸ ਫੈਸਲੇ ਦਾ ਕਾਰਨ ਜਾਇਦਾਦ ਤੇ ਟੈਕਸ, ਸਮਾਜਿਕ ਅਸੰਤੁਲਨ ਅਤੇ ਡਾਊਨਟਾਊਨ ਤੋਂ ਘੱਟ ਹੋਇਆ ਵਪਾਰ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਘਰ ਤੋਂ ਕੰਮ ਕਰਨ ਦੀ ਨੀਤੀ ਨੇ ਸਾਡਾ ਕਾਰੋਬਾਰ ਕਾਫੀ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਫਿਲਿਸਟਿਕਸ ਰੈਸਟੋਰੈਂਟ ਦੇ ਬੰਦ ਹੋਣ ਦਾ ਵੀ ਹੈ। ਫਿਲਿਸਟਿਕਸ ਦੇ ਕੋ-ਓਨਰ ਐਰੀਅਲ ਡੈਲ ਰੋਸਾਰੀਓ ਨੇ ਕਿਹਾ ਡਾਊਨਟਾਊਨ ਵਿੱਚ ਆਫਿਸਾਂ ਵਿੱਚ ਵਾਪਸ ਆਉਣ ਦੀ ਖਾਹਿਸ਼ ਕਾਫੀ ਘੱਟ ਹੋ ਗਈ ਹੈ। ਐਡਮਿੰਟਨ ਡਾਊਨਟਾਊਨ ਬਿਜ਼ਨਸ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤਾ ਮੈਕਬ੍ਰਾਇਨ ਨੇ ਕਿਹਾ ਕਿ ਵੱਖ-ਵੱਖ ਇਲਾਕਿਆਂ ਵਿੱਚ ਵੱਖਰੀ ਟ੍ਰੈਫਿਕ ਹੁੰਦੀ ਹੈ। ਡਾਊਨਟਾਊਨ ਦੇ ਹਰ ਇਲਾਕੇ ਵਿੱਚ ਟ੍ਰੈਫਿਕ ਦੀ ਸਥਿਤੀ ਵੱਖਰੀ ਹੈ। ਇਸ ਦੌਰਾਨ ਕੌਂਸਲਰ ਐਨ ਸਟੀਵਨਸਨ ਨੇ ਕਿਹਾ ਕਿ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਆਇਆ ਹੈ ਅਤੇ ਹੁਣ ਕਈ ਲੋਕ ਘਰ ਤੋਂ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ 2024 ਵਿੱਚ ਡਾਊਨਟਾਊਨ ਵਿੱਚ ਪੈਂਡੈਮਿਕ ਤੋਂ ਪਹਿਲਾਂ ਦੇ ਨਾਲੋਂ ਜ਼ਿਆਦਾ ਮੇਲੇ ਕਰਵਾਏ ਹਨ। ਇਹ ਤੱਥ ਸਾਬਿਤ ਕਰਦੇ ਹਨ ਕਿ ਐਡਮਿੰਟਨ ਵਿੱਚ ਡਾਊਨਟਾਊਨ ਵਿੱਚ ਵਪਾਰਾਂ ਦੇ ਲਈ ਨਵੀਆਂ ਚੁਣੌਤੀਆਂ ਵਧ ਰਹੀਆਂ ਹਨ। ਇੱਕ ਤਾਕਤਵਰ ਭੂਚਾਲ ਨੇ ਤਿੱਬਤ ਅਤੇ ਨੇਪਾਲ ਦੇ ਕੁਝ ਹਿੱਸਿਆਂ ਨੂੰ ਹਿਲਾ ਦਿੱਤਾ। ਇਸ ਭੂਚਾਲ ਵਿੱਚ ਘੱਟੋ-ਘੱਟ 95 ਲੋਕ ਮਾਰੇ ਗਏ ਅਤੇ ਸੈਂਕੜੇ ਘਰ ਨਸ਼ਟ ਹੋ ਗਏ। ਭੂਚਾਲ ਦੇ ਦੌਰਾਨ ਕਈ ਲੋਕ ਮਲਬੇ ਵਿੱਚ ਫਸ ਗਏ ਸਨ ਜਿਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਟੀਮਾਂ ਕੰਮ ਕਰ ਰਹੀਆਂ ਹਨ। ਚੀਨੀ ਅਧਿਕਾਰੀਆਂ ਦੇ ਅਨੁਸਾਰ ਤਿੱਬਤ ਦੇ ਖੇਤਰ ਵਿੱਚ 130 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ 1000 ਤੋਂ ਵੱਧ ਘਰ ਨਸ਼ਟ ਹੋ ਗਏ ਹਨ। ਹਿਮਾਲਿਆ ਵਿੱਚ ਆਏ ਇਸ ਭੂਚਾਲ ਦਾ ਕੇਂਦਰ ਤਿੱਬਤ ਦੇ ਟਿੰਗਰੀ ਕਾਉਂਟੀ ਵਿੱਚ ਸੀ। ਅਮਰੀਕੀ ਭੂਗੋਲ ਸੰਸਥਾ USGS ਨੇ ਇਸ ਭੂਚਾਲ ਦੀ ਤਾਕਤ 7.1 ਰਿਐਕਟਰ ਸਕੇਲ ਦੱਸੀ, ਜਦੋਂ ਕਿ ਚੀਨੀ ਭੂਚਾਲ ਨੈਟਵਰਕ ਨੇ ਇਸ ਨੂੰ 6.8 ਰਿਐਕਟਰ ਸਕੇਲ ਤੇ ਮਾਪਿਆ। ਭੂਚਾਲ ਦੇ ਨਾਲ 50 ਤੋਂ ਵੱਧ ਆਫਟਰ ਸ਼ੌਕਸ ਵੀ ਆਏ। ਨੇਪਾਲ ਦੇ ਉੱਤਰੀ ਹਿੱਸੇ ਵਿੱਚ ਵੀ ਇਹ ਭੂਚਾਲ ਤਾਕਤ ਨਾਲ ਮਹਿਸੂਸ ਹੋਇਆ, ਪਰ ਸ਼ੁਰੂ ਵਿੱਚ ਕੋਈ ਵੱਡਾ ਨੁਕਸਾਨ ਜਾਂ ਜ਼ਖਮੀ ਹੋਣ ਦੀਆਂ ਖਬਰਾਂ ਨਹੀਂ ਆਈਆਂ। ਚਾਈਨਾ ਦੀ ਸਰਕਾਰ ਨੇ ਤੁਰੰਤ ਮਦਦ ਲਈ ਸੈਨਾ ਅਤੇ ਰੈਸਕਿਊ ਵਰਕਰ ਤਿਆਰ ਕੀਤੇ ਹਨ ਅਤੇ 100 ਮਿਲੀਅਨ ਯੂਆਨ ਯਾਨੀ ਕਿ $13.6 ਮਿਲੀਅਨ ਦੀ ਮਦਦ ਘਟਨਾ ਪੀੜਤਾਂ ਲਈ ਜਾਰੀ ਕੀਤੀ ਹੈ।
ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰੌਡਕਾਸਟਿੰਗ। ਆਲਵੇਜ਼ ਬੀ ਪੋਜ਼ਿਟਿਵ, ਬੀ ਯੋਰਸੈਲਫ।